देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਮੈਨੂੰ ਲੱਗਾ ਸੀ ਇਸ ਦੀ ਡੂੰਘਾਈ ਦੇ ਨਾਲ ਜਾਂਚ ਕਰਨਾ ਚਾਹੀਦਾ, ਕਿਉਂਕਿ ਇਹਦੇ ਵਿੱਚ ਮੈਨੂੰ ਸ਼ੱਕ ਸੀ ਉਸ ਵੇਲੇ ਇਹਦੇ ਵਿੱਚ ਮਹਿਕਮਾ ਦੇ ਵਿੱਚ ਕਾਫੀ ਲੋਕ ਇਹਦੇ ਵਿੱਚ ਰਲੇ ਮਿਲੇ ਹੋਣਗੇ, ਐਸਾ ਮੇਰਾ ਸ਼ੱਕ ਸੀ। ਉਸ ਦੇ ਮੁਤਾबिक मैंने बहुत एक कमेटी बनवा के SDM साहब और कुछ अफसरान की कमेटी बनवा के जांच करवाई सी, प्रिलिमिनरी जांच करवाने तो बाद ऐसा लगा है ਇਹਦੇ ਵਿੱਚ सही में सरकारी ज़मीन ਨੂੰ कुछ हड़पण की कोशिश की जा रही है। तो फाइनली मैनू ये खुशी है, कम से कम मैं रहते हुए साडा सरकारी ज़मीन ਜਿਹੜੇ ਲੋਕਾਂ ਨੂੰ ਕਾਫੀ ਕੰਮ ਆਉਂਦੀ ਹੈ ਉਸ ਨੂੰ ਬਚਾਉਣ ਵਾਸਤੇ मैं कामयाब ਹੋਇਆ ਸੀ। और उसके बाद ਹੁਣ काफ़ी न्यायिक प्रक्रिया भी चल रहा है। ਹੁਣ मेरे ख्याल से लगता है काफ़ी साल तो बाद इस दे विच और एक पड़ाव दे विच आ गया, हो सकता है आने वाले समय में और ਜਿਹੜੇ भी न्यायिक प्रक्रिया के मुताबिक रिजल्ट होगा वो होगा। ਅੱਜ ਪੰਜਾਬੀ ਦੇ ਇੱਕ ਨਾਮੀ ਅਖਬਾਰ ਦੇ ਵਿੱਚ ਇਹ ਖਬਰ ਛਪੀ ਹੈ, ਤੁਸੀਂ ਦੇਖ ਸਕਦੇ ਹੋ ਕਿ ਇਹ ਖਬਰ ਫਿਰੋਜ਼ਪੁਰ ਸ਼ਹਿਰ ਦੀ ਹੈ। ਫਿਰੋਜ਼ਪੁਰ ਸ਼ਹਿਰ ਦੇ ਵਿੱਚ 150 ਕਰੋੜ ਤੋਂ ਜ਼ਿਆਦਾ ਕੀਮਤ ਦੀ ਜੋ ਜ਼ਮੀਨ ਹੈਗੀ ਉਹਨੂੰ ਹੜੱਪਣ ਵਾਲੇ ਇੱਕ SDM ਜੋ ਕਿ ਇੱਕ PCS ਅਫਸਰ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਇੱਥੇ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਗੱਲ ਕੀਤੀ ਗਈ ਹੈ ਤੇ ਇਹ ਮਾਮਲਾ 2012 ਦਾ ਹੈ, ਜਦੋਂ ਕਿ ਇਹ ਜੋ ਜ਼ਮੀਨ ਹੈ ਲਗਭਗ 15 ਏਕੜ ਦੇ ਕਰੀਬ ਹੈ ਤੇ ਇਸ ਨੂੰ ਹੜੱਪਣ ਦਾ ਇੱਕ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ। ਜੋ ਉੱਥੇ ਅਫਸਰ ਬੈਠੇ ਸੀਗੇ, ਚਾਹੇ ਉਹ ਮਾਲ ਮਹਿਕਮੇ ਦੇ ਅਫਸਰ ਸੀ ਜਾਂ ਫਿਰ ਉਹ ਰੈਵਨਿਊ ਦੇ ਸੀ ਤੇ ਜਾਂ ਫਿਰ ਉੱਥੇ ਹੋਰ ਜਿਹੜੇ ਸਰਕਾਰੀ ਅਫਸਰਾਂ ਦੀ ਸ਼ੈ ਸੀ ਜਾਂ ਫਿਰ ਜਿਹੜੇ ਪੋਲੀਟੀਕਲ ਲੀਡਰ ਸੀ, ਇੱਕ ਮਿਲਿਆ ਜੁਲਿਆ ਟੋਲਾ ਸੀ ਜਿਸ ਨੇ ਕਿ ਇਹ ਜ਼ਮੀਨ ਹੜੱਪਣ ਦੀ ਕਵਾਇਦ ਸ਼ੁਰੂ ਕੀਤੀ ਸੀ। ਪਰੰਤੂ ਇਹ ਜ਼ਮੀਨ ਬਚ ਗਈ ਸੀ ਕਿਉਂਕਿ ਉੱਥੇ ਉਸ ਵਕਤ ਡਿਪਟੀ ਕਮਿਸ਼ਨਰ ਡਾਕਟਰ S ਕਰਨਾ ਰਾਜੂ ਸੀਗੇ ਤੇ ਉਹਨਾਂ ਵੱਲੋਂ ਇਸ ਮਾਮਲੇ ਦਾ ਸੰਗਿਆਨ ਲੈ ਕੇ ਖੁਦ ਹੀ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਸੀ ਤੇ ਇਸ ਦੇ ਵਿੱਚ ਜੋ SDM ਜਿਸ ਦੀ ਹੁਣ ਗ੍ਰਿਫਤਾਰੀ ਹੋਈ ਹੈ ਉਸ ਨੂੰ ਦੋਸ਼ੀ ਉਹਨਾਂ ਵੱਲੋਂ ਹੀ ਐਲਾਨਿਆ ਗਿਆ ਸੀ ਤੇ ਉਸ ਤੋਂ ਇਲਾਵਾ ਮਾਲ ਮਹਿਕਮੇ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਇਹਨਾਂ ਸਾਰਿਆਂ ਦੇ ਨਾਮ ਵੀ ਉੱਪਰ ਤੋਂ ਥੱਲੜਲੇ ਪੱਧਰ ਤੱਕ ਇਸ ਫਾਈਲ ਦੇ ਵਿੱਚ ਲਿਖੇ ਹੋਏ ਨੇ। ਹਾਲਾਂਕਿ ਜੋ ਮਾਲ ਮਹਿਕਮਾ ਹੁੰਦਾ ਉਹਦਾ ਕੰਮ ਹੁੰਦਾ ਕਿ ਲੋਕਾਂ ਨਾਲ ਨਿਆਂ ਕਰਨਾ ਤੇ ਕਿਸੇ ਦੀ ਜ਼ਮੀਨ ਹੜੱਪੀ ਜਾਂਦੀ ਹੈ ਜਾਂ ਕਿਸੇ ਨਾਲ ਜਾਤੀ ਹੁੰਦੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਸਮਾਜ ਦੇ ਵਿੱਚੋਂ ਦੂਰ ਕਰਨਾ ਜਾਂ ਨਿਆਂ ਦੇਣਾ ਉਹਨਾਂ ਦਾ ਕੰਮ ਹੁੰਦਾ। ਪਰੰਤੂ ਇੱਥੇ ਅਸੀਂ ਦੇਖ ਰਹੇ ਹਾਂ ਕਿ ਜੋ ਸਰਕਾਰੀ ਅਫਸਰ ਹੈਗੇ ਨੇ ਉਹਨਾਂ ਵੱਲੋਂ ਹੀ ਇੱਕ 150 ਤੋਂ 200 ਕਰੋੜ ਰੁਪਏ ਵਾਲੀ ਜ਼ਮੀਨ ਨੂੰ ਹੜੱਪਣ ਦੀ ਇੱਕ ਕੋਸ਼ਿਸ਼ ਕੀਤੀ ਗਈ ਸੀ, ਜੋ ਕਿ ਉਸ ਵਕਤ ਦੇ DC ਡਾਕਟਰ S ਕਰਨਾ ਰਾਜੂ ਦੇ ਪੜਤਾਲ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਉਸ ਵਕਤ ਉਹ ਬਚਾਅ ਹੋ ਗਈ ਤੇ ਉਹ ਜ਼ਮੀਨ ਹੁਣ ਉਹਦੇ ਉੱਪਰ ਇੱਕ TV ਹਸਪਤਾਲ ਬਣਿਆ ਹੋਇਆ ਹੈਗਾ। ਤੇ ਬਾਕੀ ਦੀ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਡਾਕਟਰ S ਕਰਨਾ ਰਾਜੂ ਇਸ ਵਕਤ ਮੌਜੂਦ ਹੈਗੇ ਨੇ, ਉਹਨਾਂ ਤੋਂ ਵੀ ਪੁੱਛਣਾ ਹੈ ਕਿ ਆਖਿਰ ਇਹ ਪੂਰਾ ਮਾਮਲਾ ਹੈ ਕੀ। सर बहुत बहुत स्वागत है जी आपका। सत श्री अकाल साहब, सत श्री अकाल। सर ये जो फिरोजपुर का मामला है ज़मीन का, ये ज़मीन वैसे 150 करोड़ लिखा है, कहते हैं कि इसकी ज़मीन की कीमत आज 200 करोड़ रुपए के करीब है। 15 एकड़ ये ज़मीन है। आप उस वक्त वहाँ पे सर डिप्टी कमिश्नर थे, क्या क्या पूरा मामला था? मामला इस प्रकार सी, मैं उस वेले फिरोजपुर दी डिप्टी कमिश्नर पद ते उत्ते कार्यरत सी। उस वेले एक फाइल इस संबंधी आया सी मेरे कोल कुछ जांच पड़ताल वास्ते। मैनू लगा सी इस दी डूंघाई दे नाल जांच करना चाहिदा, क्योंकि ਇਹਦੇ ਵਿੱਚ ਮੈਨੂੰ ਸ਼ੱਕ ਸੀ ਉਸ ਵੇਲੇ ਇਹਦੇ ਵਿੱਚ ਮਹਿਕਮਾ ਦੇ ਵਿੱਚ ਕਾਫੀ ਲੋਕ ਇਹਦੇ ਵਿੱਚ ਰਲੇ ਮਿਲੇ ਹੋਣਗੇ, ऐसा मेरा शक सी। उस दे मुताबिक मैंने बहुत एक कमेटी बनवा के SDM साहब और कुछ अफसरान की कमेटी बनवा के जांच करवाई सी, प्रिलिमिनरी जांच करवाने तो बाद ऐसा लगा है ਇਹਦੇ ਵਿੱਚ सही में सरकारी ज़मीन ਨੂੰ कुछ हड़पण की कोशिश की जा रही है। फिर तुरंत इस दे बारे में काफ़ी ਜਾਂਚ ਕਰਨ ਤੋਂ ਬਾਅਦ ਉਪਰੰਤ ਉੱਥੇ
ਮੌਕੇ ਤੇ ਸਾਡਾ ਰੈਵਨਿਊ ਟੀਮ ਨੂੰ ਵੀ ਮੈਨੂੰ ਭੇਜਿਆ ਸੀ, ਮੈਨੂੰ ਯਾਦ ਸੀ। ਉੱਥੇ ਜਿਹੜੇ ਵੀ ਛੋਟਾ ਮੋਟਾ ਕਬਜ਼ਾ ਸੀ ਉਸ ਨੂੰ ਵੀ ਹਟਾ ਦਿੱਤਾ ਗਿਆ, ਮੈਨੂੰ ਹੁਣ ਵੀ ਯਾਦ ਹੈ। ਉਸ ਤੋਂ ਬਾਅਦ ਫਿਰ ਇਸ ਕੇਸ ਦੀ ਕਾफ़ी बार इसको आगे पीछे ये हुआ सी, इंक्वायरी होना, फिर दोबारा इंक्वायरी होना, इस तरीका हुआ सी। उस वेले मेरे नाल अपना SSP साहब ਉਹਨਾਂ ਦਾ ਨਾਂ ਕੀ ਹੈ, ਗੁਰਦयाल मान साहब है, वो भी काफ़ी ਇਹਦੇ ਵਿੱਚ बहुत सक्रिय भूमिका निभाई सी उन्होंने। इस केस ਨੂੰ ਫਿਰ FIR ਵਗੈਰਾ ਕਰਵਾਇਆ ਗਿਆ ਹੈ। ਚੂੰਕਿ ਇਹਦੇ ਵਿੱਚ ਰਿਕਾਰਡ ਰੂਮ ਦੇ ਵਿੱਚ ਰਿਕਾਰਡ ਨੂੰ ਵੀ ਛੇੜਛਾੜ ਕਰਨ ਦੀ ਮਸਲਾ ਮੈਨੂੰ ਸ਼ੱਕ ਸੀ। ਚੂੰਕਿ ਫਿਰੋਜ਼ਪੁਰ ਏਰੀਆ ਤੁਹਾਨੂੰ ਪਤਾ ਹੀ ਹੈ ਬਾਰਡਰ ਦੀ ਇਲਾਕਾ ਹੈ। ਇਸ ਜ਼ਮੀਨ ਤੇ ਟੀਬੀ ਹਸਪਤਾਲ, ਜੋ ਪੁਰਾਣੇ ਵੇਲੇ ਟੀਬੀ ਹਸਪਤਾਲ ਹੁੰਦਾ ਸੀ, ਟੀਬੀ ਹਸਪਤਾਲ ਦੇ ਉੱਤੇ ਭਵਨ ਬਣਾ हुआ है और औले दौले कुछ ਕਾਲਨੀਆਂ भी है। मेरा रेवेन्यू टीम उस समय उत्थे जांच भी करवाया गया है। तो फाइनली मैनू ये खुशी है, कम से कम मैं रहते हुए साडा सरकारी ਜ਼ਮੀਨ ਜਿਹੜੇ ਲੋਕਾਂ ਨੂੰ ਕਾफ़ी ਕੰਮ ਆਉਂਦੀ ਹੈ ਉਸ ਨੂੰ ਬਚਾਉਣ ਵਾਸਤੇ ਮੈਂ ਕਾਮਯਾਬ ਹੋਇਆ ਸੀ। और उसके बाद ਹੁਣ ਕਾफ़ੀ ਨਿਆਇਕ ਪ੍ਰਕਿਰਿਆ ਵੀ ਚੱਲ ਰਿਹਾ है। ਹੁਣ ਮੇਰੇ ਖਿਆਲ ਸੇ ਲੱਗਦਾ ਹੈ ਕਾफ़ੀ ਸਾਲ ਤੋਂ ਬਾਅਦ ਇਸ ਦੇ ਵਿੱਚ और एक पड़ाव ਦੇ ਵਿੱਚ ਆ ਗਿਆ। ਹੋ ਸਕਦਾ है आने वाले समय में और ਜਿਹੜੇ ਵੀ ਨਿਆਇਕ ਪ੍ਰਕਿਰਿਆ ਦੇ ਮੁਤਾਬਿਕ ਰਿਜ਼ਲਟ ਹੋਊਗਾ ਉਹ ਹੋਊਗਾ। ਸਰ ਦੇਖੋ ਕੋਈ ਵੀ ਜ਼ਮੀਨ ਹੜੱਪੀ ਜਾਂਦੀ ਹੈ, ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਇਹ ਸਿਲਸਿਲਾ ਜਾਰੀ ਹੈਗਾ ਕਿ ਕਿਉਂਕਿ ਜੋ ਲੀਡਰ ਹੁੰਦੇ ਨੇ ਪੋਲੀਟੀਕਲ ਉਹਨਾਂ ਦੀ ਸ਼ਾਇਦ ਦੇ ਉੱਤੇ ਕੰਮ ਹੁੰਦੇ ਨੇ। ਜਦੋਂ ਇਹ ਮਾਮਲਾ ਤੁਹਾਡੇ ਸਾਹਮਣੇ ਆਇਆ ਸੀ ਤਾਂ ਕਿਸੇ ਨੇ ਸ਼ਿਕਾਇਤ ਕੀਤੀ ਸੀ ਤੁਹਾਡੇ ਕੋਲ ਕਿ ਜਾਂ ਤੁਸੀਂ ਆਪ ਹੀ ਸੰਗਿਆਨ ਲੱਤਾ ਸੀ, ਤੁਹਾਡੀ ਆਪ ਹੀ ਨਜ਼ਰ ਪਈ ਸੀ ਕਿ ਇਹ ਘੁਟਾਲਾ ਹੋ ਰਿਹਾ? ਮੈਨੂੰ ਯਾਦ ਸੀ ਇੱਕ ਬੰਦਾ ਆਏ ਸੀ ਮੇਰੇ ਕੋਲ, ਮੈਂ ਦਫ਼ਤਰ 'ਚ ਬੈਠਾ ਸੀ, ਇੱਕ ਬੰਦਾ ਆ ਕੇ ਸ਼ਿਕਾਇਤ ਕੀਤਾ, ਸਾਹਿਬ ਇੱਥੇ ਸਰਕਾਰੀ ਜ਼ਮੀਨ ਹੈ ਉਸ ਦੀ ਹੜਪਣ ਲਈ ਕੁਝ ਲੋਕ ਕੋਸ਼ਿਸ਼ ਕਰ ਰਹੇ। ਤਾਂ ਫਿਰ DC ਦਾ ਕੰਮ ਇਹੀ ਹੁੰਦਾ ਹੀ ਹੈ, ਅਗਰ ਕਿਹੜੇ ਵੀ ਕੋਈ ਵੀ ਨਾਗਰਿਕ ਆ ਕੇ ਤਾਂ ਸਾਨੂੰ ਸ਼ਿਕਾਇਤ ਕਰਦਾ ਹੈ ਉਸ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਪੈਂਦਾ ਹੈ। ਕਿਉਂਕਿ DC ਦਾ ਮੁੱਖ ਕੰਮ ਹੀ ਇਹ ਹੈ ਜ਼ਮੀਨ ਦੀ ਪ੍ਰਬੰਧਨ ਕਰਨਾ, ਫਿਊਚਰ ਜਨਰੇਸ਼ਨਸ ਵਾਸਤੇ ਜ਼ਮੀਨ ਬਚਾ ਕੇ ਰੱਖਣਾ, ਤਾਂ ਕਿ ਸਰਕਾਰ ਜਿਹੜੇ ਵੀ ਕੰਮ ਕਰਦੀ ਹੈ ਉਸ ਲਈ ਜ਼ਮੀਨ ਦੀ ਲੋੜ ਪੈਂਦਾ ਹੈ। सो मैं फिर तुरंत विदाउट एनी डिले विदिन 1 डे मैंने ये काम करवाया सी। मैंने सर कमेटी बनाई फिर ਇਹਦੇ ਵਾਸਤੇ ਕੋਈ? हाँ कमेटी बनाई सी, ਉਹਦੇ ਵਿੱਚ ਉਸ ਵੇਲੇ ਜਿਹੜੇ ਵੀ ਅਫਸਰ ਮੈਨੂੰ ਲੱਗਦਾ ਹੈ ਇਹ ਕੰਮ ਦੇ ਵਿੱਚ ਸੀਰੀਅਸਲੀ ਕੰਮ ਕਰਦਾ ਉਹਨਾਂ ਨੂੰ ਬਣਾ ਕੇ ਕਮੇਟੀ ਬਣਾ ਕੇ ਪ੍ਰੀਲਿਮਿਨਰੀ ਰਿਪੋਰਟ ਬਣਾਈ ਸੀ, ਰਿਕਾਰਡ ਰੂਮ ਦੇ ਵਿੱਚ ਵੇਖਿਆ ਗਿਆ। ਕਾਫੀ ਮੈਨੂੰ ਯਾਦ ਹੈ ਲੇਕਿਨ ਲੰਬਾ ਸਮਾਂ ਹੋ ਗਿਆ ਹੈ, ਫਿਰ ਵੀ ਖੁਸ਼ੀ ਹੈ ਮੈਨੂੰ ਇਹਦੇ ਵਿੱਚ ਨਿਆਂ ਮਿਲੇਗਾ ਜ਼ਰੂਰ। ਸਰ ਅਕਸਰ ਦੇਖਿਆ ਜਾਂਦਾ ਕਿ ਜਿਹੜੇ PCS ਅਫਸਰ ਹੁੰਦੇ ਨੇ ਜਾਂ ਨਾਇਬ ਤਹਿਸੀਲਦਾਰ ਲੈਵਲ ਦੇ ਅਧਿਕਾਰੀ ਹੁੰਦੇ ਨੇ, ਅਫਸਰ ਹੁੰਦੇ ਨੇ, ਉਹਨਾਂ ਦੇ ਖਿਲਾਫ ਬਹੁਤ ਘੱਟ ਇਨਕੁਆਇਰੀਆਂ ਹੁੰਦੀਆਂ ਨੇ ਜਾਂ ਐਕਸ਼ਨ ਬਹੁਤ ਜ਼ਿਆਦਾ ਘੱਟ ਹੁੰਦਾ। ਤੁਸੀਂ ਜਦੋਂ ਇਹ ਇਨਕੁਆਇਰੀ ਸ਼ੁਰੂ ਕੀਤੀ ਸੀ, ਪੜਤਾਲ ਸ਼ੁਰੂ ਕੀਤੀ ਸੀ, ਕੀ ਤੁਹਾਡੇ ਉੱਤੇ ਫਿਰ ਦਬਾਅ ਆਇਆ ਸੀ ਕੋਈ ਕਿਸੇ ਤਰ੍ਹਾਂ ਦਾ ਪੋਲੀਟੀਕਲ ਜਾਂ ਅਫਸਰਾਂ ਦਾ ਦਬਾਅ ਕਿ ਸਰ ਛੱਡੋ ਤੁਸੀਂ ਇਹ ਨਾ ਕਰੋ ਜੀ? नहीं, किसी PCS अफसर नायब तहसीलदार इस बोलना ठीक नहीं है, क्योंकि अफसर साहिबान लोग अपना काम न्याय ਦੇ ਮੁੱਖ ਰੱਖਦੇ हुए करता है, कोई ना कोई अपवाद ਹੁੰਦਾ है। और ज़्यादातर मैनू जो एक्सपीरियंस है फील्ड ਦੇ ਵਿੱਚ काफ़ी ਜ਼ਿਲ੍ਹਾ 'ਚ मैंने DC रहा सी, मैनू एक्सपीरियंस है काफ़ी महकमा काफ़ी अच्छा काम कर दिया। अफसर साहिबान PCS अफसर बहुत ही जोर लगा के काम करता है, और ख़ास करके नायब तहसीलदार रेवेन्यू महकमा बहुत अच्छा काम करता है। अफवाह तरीका कुछ लोग ਹੁੰਦਾ ਹੀ ਹੈ, ਉਸ ਨੂੰ ਆਪਣੇ ਲੋਕ ਪੂਰਾ ਡਿਪਾਰਟਮੈਂਟ ਨੂੰ ਐਸਾ ਨਹੀਂ ਕਹਿ ਸਕਦੇ हैं। और दूसरा मेरे उत्थे कोई प्रेशर ये कतई हो ही नहीं सकता, सारिया ਨੂੰ पता है अगर सही काम है तो होता है, अगर नहीं है तो मैं हाथ जोड़ के बेनती कर देता पर आज ये काम नहीं ਹੁੰਦਾ। ਜੀ ਬਿਲਕੁਲ ਸਰ, ਤੁਹਾਡੀ ਗੱਲ ਮੈਂ ਮੰਨਦਾ ਕਿ ਤੁਸੀਂ ਸੱਚਾਈ 'ਤੇ ਚੱਲਣ ਵਾਲੇ ਹੋ, ਪਰੰਤੂ ਜਦੋਂ ਕੋਈ ਵੀ ਅਫਸਰ ਕੰਮ ਕਰਦਾ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਫੋਰਸ ਹੁੰਦੀ ਹੈ ਜਿਹੜੀ ਕਿ ਉਹਨੂੰ ਦੱਸਦੀ ਹੈ ਕਿ ਇਸ ਤਰ੍ਹਾਂ ਇਹ ਘਪਲਾ ਹੋ ਸਕਦਾ, ਆਪਾਂ ਸਰਕਾਰੀ ਜ਼ਮੀਨ ਹੈਗੀ ਹੈ, ਕਿਉਂਕਿ ਉਹ ਕਿਸੇ ਪ੍ਰਾਈਵੇਟ ਬੰਦੇ ਦੀ ਜ਼ਮੀਨ ਨਹੀਂ ਹੁੰਦੀ, ਇਸ ਕਰਕੇ ਐਕਸ਼ਨ ਉਹਦੇ ਉੱਪਰ ਲੇਟ ਹੁੰਦਾ, ਉਹਦੀ ਜੋ ਪੜਤਾਲ ਹੈਗੀ, ਇਨਵੈਸਟੀਗੇਸ਼ਨ ਹੈਗੀ, ਉਹ ਵੀ ਲੰਬਾ ਸਮਾਂ ਚੱਲ ਜਾਂਦੀ ਹੈ। ਤੇ ਉਸ ਦੌਰਾਨ ਸਰ ਫੋਨ ਤਾਂ ਆਏ ਹੋਣੇ ਫਿਰ ਕੋਈ ਲੀਡਰਾਂ ਵਗੈਰਾ ਦੇ? नहीं जी, कदे भी नहीं आए सी, मैंने इस तरीके कभी आए नहीं, हाले तक नहीं आए। उस समय छो
ਇੱਥੇ ਵੀ ਮੈਂ CEO ਦਾ ਕੰਮ ਕਰ ਰਿਹਾ ਸੀ, ਉਸ ਇੱਕ ਡਿਵੀਜ਼ਨਲ ਕਮਿਸ਼ਨਰ ਸੀ, ਕਾਫੀ ਪਦਾਂ ਸੇ, ਕਿਉਂਕਿ IAS ਨੌਕਰੀ ਦੇ ਵਿੱਚ ਹੁੰਦਾ ਹੀ ਹੈ, ਕਦੇ ਵੀ ਇਸ ਤਰੀਕਾ ਗੱਲ ਨਹੀਂ ਹੋਈ ਸੀ। ਇਹਦੇ ਵਿੱਚ ਮੈਂ ਇੱਕ ਜ਼ਰੂਰ ਇੱਕ ਬਾਤ ਕਹਿਣਾ ਚਾਹੁੰਦਾ, ਉੱਥੇ ਇੱਕ ਰਿਟਾਇਰਡ ਪਟਵਾਰੀ ਸੀ ਜੋ ਉਰਦੂ ਜਾਣਦਾ ਸੀ, ਉਹ ਮੈਨੂੰ ਕਾਫੀ ਰਿਕਾਰਡ ਦੇ ਬਾਰੇ में ਸਮਝਾਇਸ਼ ਕੀਤਾ। ਉਹਨੇ ਰਿਟਾਇਰ ਤੋਂ ਬਾਵਜੂਦ ਵੀ ਉਹ ਸਰਕਾਰ ਦੀ ਪ੍ਰਤੀ ਲੋਕਾਂ ਦੀ ਪ੍ਰਤੀ ਇਤਨਾ ਜ਼ਿਆਦਾ ਸਿੰਸੀਅਰ ਸੀ ਉਹ ਪਟਵਾਰ ਸਾਹਿਬਾਨ ਨੇ, ਉਹਨਾਂ ਦਾ ਨਾਮ ਮੈਂ ਭੁੱਲ ਰਿਹਾ ਹੂੰ, ਲੇਕਿਨ ਉਹਨਾਂ ਨੂੰ ਮੈਂ ਧੰਨਵਾਦ ਦੇਵਾਂਗਾ ਕਿਉਂਕਿ ਉਹ ਮੈਨੂੰ ਰਿਕਾਰਡ ਦੀ ਪੂਰਾ ਐਕਸਪਲੇਨ ਕੀਤਾ, ਹਰ ਇੱਕ ਕਾਲਮ ਦੇ ਵਿੱਚ ਜਿਹੜੇ ਜਿਹੜੇ ਹੈ ਕਿਤੇ ਕਿੱਥੇ ਕਿੱਥੇ ਡਿਸਕ੍ਰਿਪੈਂਸੀ ਹੈ, ਉਹਨਾਂ ਨੇ ਮੈਨੂੰ ਕਾਫੀ एडुकेट भी ਕੀਤਾ इस केस ਦੀ ਬਾਰੇ में मुझे काफ़ी हेल्प ਕੀਤਾ ਉਹਨਾਂ ਨੇ। ਇਸ ਤੇ यही साबित ਹੁੰਦਾ है डिपार्टमेंट हमेशा सच्चा ही ਹੁੰਦਾ है, अफसर साहिबान, PCS, SDM साहिबान, तहसीलदार साहिबान, सभी लोग नॉर्मली अच्छा ਹੁੰਦਾ, कभी एक आध ਹੁੰਦਾ है, उसਨੂੰ अपन सभी के ऊपर ये इस तरह का आरोप नहीं लगा सकते। ਜੀ ਸਰ, ਆਪਾਂ ਦੇਖਦੇ ਹਾਂ ਕਿ ਜੋ ਜ਼ਮੀਨੀ ਰਿਕਾਰਡ ਹੈਗੇ ਨੇ ਸਾਡੇ ਪੰਜਾਬ ਦੇ, ਉਹਦੇ ਵਿੱਚ ਪੰਜਾਬੀ ਲੈਂਗੁਏਜ ਨਹੀਂ ਲਿਖੀ ਹੁੰਦੀ, ਉਹ ਇੱਕ ਹੋਰ ਹੀ ਸਪੈਸੀਫਿਕ ਭਾਸ਼ਾ ਹੈਗੀ ਹੈ, ਕਿਉਂਕਿ ਜਿਹੜੇ ਉਹ ਤਹਿਸੀਲਦਾਰ, ਨਾਇਬ ਤਹਿਸੀਲਦਾਰ ਜਾਂ ਕਾਨੂੰਗੋ ਰੈਵਨਿਊ ਡਿਪਾਰਟਮੈਂਟ ਦੇ ਅਧਿਕਾਰੀ ਉਹਨਾਂ ਨੂੰ ਹੀ ਪੜ੍ਹਨੀ ਆਉਂਦੀ ਹੁੰਦੀ ਹੈ, ਇਸ ਕਰਕੇ ਉਹਨਾਂ 'ਚ ਗਲਤੀਆਂ ਲੱਭਣੀਆਂ ਵੀ ਬੜੀਆਂ ਔਖੀਆਂ ਹੈਗੀਆਂ ਨੇ। ਨਾ ਸਾਨੂੰ ਟ੍ਰੇਨਿੰਗ ਵੀ ਹੋਈ ਜਾਂਦਾ ਹੈ, ਸਾਡਾ ਟ੍ਰੇਨਿੰਗ ਵੀ ਹੈ, ਸਾਡਾ ਰੈਵਨਿਊ ਕਾਨੂੰਨ ਨੂੰ ਅਸੀਂ ਸਮਝਣਾ ਵੀ ਪੈਂਦਾ, ਪਾਸ ਵੀ ਕਰਨਾ ਪੈਂਦਾ ਹੈ। ਨਾਲ ਹੀ ਨਾਲ ਪੁਰਾਣਾ ਰਿਕਾਰਡ ਹੈ ਇਹ ਇਸ ਜ਼ਮੀਨ ਦੀ ਸੰਬੰਧੀ ਉਰਦੂ ਦੇ ਵਿੱਚ ਸੀ। ਤੇ ਤੁਹਾਡੀ ਸਰ ਰਿਪੋਰਟ ਕਿੰਨੀ ਦੇਰ 'ਚ ਤਿਆਰ ਹੋਈ ਸੀ ਤੇ ਕਿੰਨੀ ਦੇਰ 'ਚ ਤੁਸੀਂ ਕਹਿਤਾ ਸੀ ਕਿ ਇਹਦੇ ਉੱਪਰ ਐਕਸ਼ਨ ਲੱਤਾ ਜਾਵੇ? ਉਸ ਵੇਲੇ ਬਹੁਤ क्विकली ਰਿਪੋर्ट ਹੋ ਗਿਆ ਸੀ। 2012 की ये मसला सी, मैं उत्थे लगभग साल 1.5 साल DC रहा उत्थे, उस समय फिर ये जल्दी हो गया, फिर न्यायिक प्रक्रिया है और आगे चलना है, ये शुरुआत है, अभी FIR और अरेस्ट वगैरह हो रहे, वो और आगे चलना है। ਜਿਹੜੇ ਵੀ ਨਿਆਂਇਆਲੇ ਕੰਮ ਕਰਦੀ ਹੈ ਉਹਨਾਂ ਦਾ ਸਿਰ ਮੱਥੇ ਅਸੀਂ ਕੀ ਕਰ ਸਕਦੇ। ਸਰ, ਇਸ ਮਾਮਲੇ ਦੇ ਵਿੱਚ ਤੁਸੀਂ ਕਿਹੜੇ ਅਧਿਕਾਰੀਆਂ ਨੂੰ ਫਿਰ ਕਿਹਾ ਕਿ ਇਹਦੇ ਉੱਤੇ ਐਕਸ਼ਨ ਕੀਤਾ ਜਾਵੇ? ਕਿਉਂਕਿ ਜਦੋਂ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਤਾਂ ਹਾਈ ਕੋਰਟ ਵੱਲੋਂ ਉਸ ਵਕਤ ਸੁਰੇਸ਼ ਅਰੋੜਾ ਸੀਗੇ ਜੋ DGP ਸੀ ਪੰਜਾਬ, ਉਹਨਾਂ ਵੱਲੋਂ ਵੀ ਇੱਕ ਹਲਫੀਆ ਬਿਆਨ ਲੱਤਾ ਗਿਆ ਸੀ ਹਾਈ ਕੋਰਟ ਵੱਲੋਂ ਵੀ, ਤੇ ਮਾਮਲਾ ਇੰਨਾ ਸੰਗੀਨ ਹੈਗਾ क्योंकि ज़मीन बहुत ज़्यादा है और कीमती है, कोर्ट भी संज्ञान लेंदी है कि इन्ना ज़्यादा वड्डा यह है, फिर रिपोर्ट उस दे मुताबिक मैनू लगता है मानयोग कोर्ट वालों वक साहिबान दी रिपोर्ट लिया गया होगा, क्योंकि बाद सी मसला होंदा है, क्योंकि अफसर अपना टाइम दी बाद चले जाते उत्थों, और बाद में जेडे भी अफसर साहिबान आए हैं उस केस नू लगातार फॉलोअप किया होगा ता करके इस लेवल पे पहुँचे हैं। खास करके मैंने बताया थे मेरा नाल SSP साहब मान साहब सी, वो काफ़ी मैनू मदद किया, सभी एक टीम है ये, और ਇਹਦੇ ਵਿੱਚ मैं और एक बार कहना चाहूँगा कोई दबाव वगैरह नहीं है। ਸਰ, ਜਿਸ ਵਕਤ ਤੁਸੀਂ ਇਹ ਪੜਤਾਲ ਕੀਤੀ ਉਸ ਵਕਤ ਹਰਦਿਆਲ ਮਾਨ ਜੀ ਉੱਥੇ SSP ਸੀਗੇ, ਤੇ ਹੁਣ ਉਸ ਉੱਥੇ ਹੋਰ ਡਿਪਟੀ ਆਪਣਾ DIG ਹੈਗੇ ਨੇ, ਤੁਹਾਨੂੰ ਲੱਗਦਾ ਨਹੀਂ ਕਿ ਸ਼ਾਇਦ ਉਹਨਾਂ ਦੇ ਜਾਣ ਨਾਲ ਹੀ ਇਹ ਗ੍ਰਿਫਤਾਰੀਆਂ ਸੰਭਵ ਹੋ ਸਕੀਆਂ ਨੇ? ਕਿਉਂਕਿ 2012 ਦਾ ਮਾਮਲਾ ਹੈ ਤੇ ਹੁਣ 2021 ਸ਼ੁਰੂ ਹੋ ਗਿਆ। ਮੈਨੂੰ ਹੁਣ ਪਤਾ ਨਹੀਂ ਸੀ ਉਹ ਕਿੱਥੇ ਪੋਸਟਡ ਹੈ, ਮੈਨੂੰ ਆਈਡੀਆ ਨਹੀਂ ਹੈ, ਲੇਕਿਨ ਉਹਨਾਂ ਦੇ ਨਾਲ ਮੇਰਾ ਕੰਮ ਜੋ ਟੀਮ ਹੈ बहुत चंगा सी। मेरा PCS अफसर्स भी SDM साहिबान, तहसीलदार साहिबान, खासकर मैंने जिक्र किया एक पटवारी साहिबान रिटायरमेंट के बाद मेरे नाल बह के पूरा रिकॉर्ड मैंने समझा के, क्योंकि ये भी बहुत बड़ा एक सिद्धत होंदा है डिपार्टमेंट के प्रति, लोगों के प्रति। उस पटवारी साहिबान में मैं बहुत बहुत धन्यवाद ही देवांगा तुहाडे मीडिया की राही। ਸਰ, ਲੱਗਦਾ ਨਹੀਂ ਕਿ ਸਮਾਂ ਜ਼ਿਆਦਾ ਹੋ ਗਿਆ, 9 ਸਾਲ ਹੋ ਗਏ, 10 ਸਾਲ ਹੋ ਗਏ ਇਹ ਮਾਮਲੇ ਦੇ ਵਿੱਚ? ਕਿਉਂਕਿ ਅਫਸਰਾਂ ਦੇ ਖਿਲਾਫ ਕੋਈ ਇਨਕੁਆਇਰੀ ਚੱਲਦੀ ਹੈ ਤਾਂ ਉਹ ਲੰਬਾ ਸਮਾਂ ਹੋ ਹੀ ਜਾਂਦਾ, ਉਹਦੇ ਵਿੱਚ ਕੋਈ ਵੀ ਆਪਾਂ ਐਕਸ਼ਨ ਲੈਣਾ ਹੈਗਾ ਕਿਸੇ ਨੇ ਵੀ। देखो ये तो फिर वक वक संस्था दी कम है, मेरा काम मैं करना चाहिए, और जेड़े भी अपना अपना काम करता है, कोई दूसरे उत्थे कमेंट करना या किसी करना मेरे उसूलन के खिलाफ है, करना नहीं चाहिए। असी जेडे भी काम है सिंसियरली करना, शिद्दत दे नाल लोकां दे वास्ते, सरकार दे वास्ते। सरकार सानू DC बना के भेजा है, फिर काम करने वास्ते ही भेजा है, और लोग भी उम्मीद करते हैं
ਔਰ ਉਹਨਾਂ ਨੂੰ ਨਿਆਂ ਮਿਲੇ। ਸਰ ਅਕਸਰ ਪੰਜਾਬ ਦੇ ਹੁਣ ਜਿੰਨੇ ਜ਼ਿਲ੍ਹੇ ਹੈਗੇ ਜੀ, ਡਿਪਟੀ ਕਮਿਸ਼ਨਰ ਸਭ ਜਗ੍ਹਾ ਦੇ ਉੱਤੇ ਹੈਗੇ ਨੇ, ਸਭ ਜਗ੍ਹਾ ਦੇ ਉੱਤੇ ਵਿਸਲ ਬਲੋਰ ਵੀ ਮਿਲਦੇ ਨੇ ਜਿਹੜੇ ਅਕਸਰ ਸਾਹਮਣੇ ਲੈ ਕੇ ਆਉਂਦੇ ਨੇ ਕਿ ਆ ਜ਼ਮੀਨ ਦੱਬੀ ਜਾ ਰਹੀ ਹੈ, ਠੱਗੀਆਂ ਬਾਜ਼ੀਆਂ ਹੋ ਰਹੀਆਂ, ਪਰੰਤੂ ਹਰ ਜਗ੍ਹਾ ਇਸ ਤਰ੍ਹਾਂ ਦੇ ਡਿਪਟੀ ਕਮਿਸ਼ਨਰ ਨਹੀਂ ਹੁੰਦੇ ਜਿਸ ਤਰ੍ਹਾਂ ਤੁਸੀਂ ਆਪ ਹੀ ਸੰਗਿਆਨ ਲੈ ਕੇ ਇਹਦੇ ਉੱਤੇ ਪੜਤਾਲ ਕੀਤੀ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਵਾਸਤੇ ਤੁਸੀਂ ਲਿਖ ਕੇ ਭੇਜਿਆ। ਕੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਸਰ, ਮੈਸੇਜ ਦੇਣਾ ਚਾਹੋਗੇ? ਮੈਸੇਜ ਦੀ ਇਹ ਹੈ ਸਭੀ ਕਿ ਅਕਸਰ ਲੋਕ ਹੋਪਲੈਸ ਹੋ ਜਾਂਦੇ ਨੇ ਜਦੋਂ ਕਿਸੇ ਸਰਕਾਰੀ ਅਫਸਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ, ਤਾਂ ਲੋਕਾਂ ਨੂੰ ਇੱਕ ਡਰ ਵੀ ਹੁੰਦਾ ਆਪਣਾ, ਕਿਉਂਕਿ ਆਮ ਲੋਕ ਹੀ ਇਹਨਾਂ ਦੇ ਮਾਮਲੇ 'ਚ ਬੋਲਦੇ ਨੇ, ਫਿਰ ਹਾਈ ਕੋਰਟ 'ਚ ਹੋ ਜਾਂਦੇ ਨੇ। ਕੀ ਐਸੇ ਲੋਕਾਂ ਦਾ ਹੌਸਲਾ ਵਧਾਉਣ ਵਾਸਤੇ ਸਰ? ਨੇ ਮੈਨੂੰ ਤੁਹਾਡੇ ਰਾਹੀਂ ਲੋਕਾਂ ਨੂੰ ਕਹਿਣਾ ਯਹੀ ਹੈ, ਇਹ ਕੰਮ ਸਾਡਾ ਡਿਊਟੀ ਹੈ। ਇਹ ਕੰਮ ਕਰਕੇ ਮੈਂ ਕੋਈ ਪਹਾੜ ਨਹੀਂ ਤੋੜਿਆ ਸੀ, ਇਹ ਕੰਮ ਮੇਰਾ ਡਿਊਟੀ ਸੀ, ਡਿਊਟੀ ਕਰਨਾ ਹੈ। ਡਿਊਟੀ ਕਰਨ ਵਾਸਤੇ ਸਰਕਾਰ ਮੈਨੂੰ ਡੀਸੀ ਬਣਾਇਆ ਸੀ ਔਰ ਡਿਊਟੀ ਕਰਨਾ है। ਇਹਦੇ ਵਿੱਚ बहुत ज़्यादा मैं हासिल कर दिया ये वो इस तरीका कतई ना मेरा फीलिंग है, नहीं होना चाहिए। एक ड्यूटी है, एक ड्यूटी असी निभाई असी, और उसके बाद जेडे भी कोर्ट है, बड़े कोर्ट से बड़े अदालत है, वो संज्ञान लिया है, एक प्रक्रिया है। मैं उन्होंने सारिया धन्यवाद ही देवांगा। बहुत बहुत शुक्रिया सर। सो ਇਹ ਸਨ ਡਾਕਟਰ ਐਸ ਕਰਨਾ ਰਾਜੂ IAS। ਹਾਲਾਂਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਡਿਪਟੀ ਕਮਿਸ਼ਨਰ ਹੁੰਦੇ ਨੇ, ਪਰੰਤੂ ਉਹਨਾਂ ਦੀ ਇਮਾਨਦਾਰੀ ਨਾਲ ਇੱਕ ਅਜਿਹੀ ਜਗ੍ਹਾ ਜਿਹੜੀ ਕਿ ਕਈ 100 ਕਰੋੜ ਦੇ ਵਿੱਚ ਜਿਹਦਾ ਮੁੱਲ ਹੈਗਾ ਉਹ ਸਾਹਮਣੇ ਆਈ ਤੇ ਉਹਨਾਂ ਵੱਲੋਂ ਕਾਰਵਾਈ ਕਰਵਾਈ ਗਈ ਉਹ ਸਰਕਾਰੀ ਅਫਸਰਾਂ ਦੇ ਖਿਲਾਫ ਜਿਹੜੇ ਕਿ ਇਸ ਮਾਮਲੇ ਦੇ ਵਿੱਚ ਦੋਸ਼ੀ ਸੀ। ਅਸੀਂ ਸਭ ਜਾਣਦੇ ਹਾਂ ਕਿ ਅਜਿਹੇ ਹਰ ਜਗ੍ਹਾ ਹੀ ਚੱਲਦਾ ਹੈ, ਹਰੇਕ ਸਬ ਡਿਵੀਜ਼ਨ, ਹਰੇਕ ਜ਼ਿਲ੍ਹੇ ਦੇ ਵਿੱਚ ਅਜਿਹੇ ਬਹੁਤ ਸਾਰੇ ਮਸਲੇ ਨੇ ਜਿਹੜੇ ਅਕਸਰ ਦੋਸ਼ੀਆਂ ਦੇ ਤਗੜੇ ਹੋਣ ਕਾਰਨ ਜਾਂ ਅਫਸਰ ਹੋਣ ਕਾਰਨ ਫਾਈਲਾਂ ਦੇ ਵਿੱਚ ਹੀ ਦਬਾ ਦਿੱਤੇ ਜਾਂਦੇ ਨੇ ਤੇ ਉਹਨਾਂ ਬਾਰੇ ਕੋਈ ਭਾਫ ਤੱਕ ਨਹੀਂ ਨਿਕਲਦੀ। ਪਰੰਤੂ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਪਹੁੰਚਿਆ। ਕੁਝ ਲੋਕਾਂ ਨੇ ਹਾਈ ਕੋਰਟ ਜਾ ਕੇ ਵੀ ਇਹਦੇ ਬਾਰੇ ਪਟੀਸ਼ਨ ਪਾਈ ਤਾਂ ਕਿ ਇਹ ਜ਼ਮੀਨ ਹੈ ਜਿਹੜੀ ਦੱਬੀ ਨਾ ਜਾ ਸਕੇ ਤੇ ਲੋਕਾਂ ਦੀਆਂ ਜ਼ਮੀਨਾਂ ਹੈਗੀਆਂ ਉਹਦੇ ਉੱਪਰ ਇੱਕ TB ਹਸਪੀਟਲ ਬਣਾਇਆ ਹੋਇਆ ਹੈਗਾ ਜਿਹੜਾ ਲੋਕਾਂ ਵਾਸਤੇ ਬਣਾਇਆ ਹੋਇਆ, ਤੇ ਇਹ ਪ੍ਰਾਈਵੇਟ ਜਿਹੜੇ ਲੋਕ ਲੁੱਟ ਖਸੁੱਟ ਕਰਦੇ ਨੇ ਸਰਕਾਰੀ ਸੋਮਿਆਂ ਦੀ, ਸਰਕਾਰੀ ਜ਼ਮੀਨਾਂ ਦੀ, ਉਹ ਕਿਤੇ ਨਾ ਕਿਤੇ ਜਾ ਕੇ ਜਦੋਂ ਕੋਈ ਵਿਸਲ ਬਲੋਰ ਉੱਠਦਾ ਹੈ ਤਾਂ ਉਹ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਉੱਤੇ ਕਾਰਵਾਈ ਕਰਨੀ ਹੀ ਪੈਂਦੀ ਹੈ। ਤੇ ਇਸ ਮਾਮਲੇ ਦੇ ਵਿੱਚ ਵੀ ਹੋਈ ਹੈ। SDM ਗੁਰਜੀਤ ਸਿੰਘ ਪੰਨੂ ਦੀ ਗ੍ਰਿਫਤਾਰੀ ਹੋਈ ਹੈ ਤੇ ਉਹਨਾਂ ਦੇ ਨਾਲ ਹੀ ਇੱਕ ਹੋਰ ਕਿਸੇ ਅਫਸਰ ਦੀ ਗ੍ਰਿਫਤਾਰੀ ਹੋਈ ਹੈ। ਹਾਲਾਂਕਿ ਡਾਕਟਰ ਐਸ ਕਰਨਾ ਰਾਜੂ ਨੇ ਦੱਸਿਆ ਹੈ ਕਿ ਇਸ ਮਾਮਲੇ ਦੇ ਵਿੱਚ ਕਾਫੀ ਕੁਝ ਨਿਕਲਣਾ ਅਜੇ ਬਾਕੀ ਹੈ, ਬਹੁਤ ਸਾਰੇ ਦੋਸ਼ੀ ਸਾਹਮਣੇ ਆਉਣੇ ਬਾਕੀ ਨੇ। ਦੇਖਦੇ ਹਾਂ ਕਿ ਜਿਉਂ-ਜਿਉਂ ਹੁਣ ਸਰਕਾਰੀ ਕਲਮ ਚੱਲੇਗੀ ਤਾਂ ਕਿਹੜੇ-ਕਿਹੜੇ ਨਾਮ ਨਿਕਲ ਕੇ ਸਾਹਮਣੇ ਆਉਂਦੇ ਨੇ। ਕੈਮਰਾਮੈਨ ਸੋਨੀ ਦੇ ਨਾਲ ਸੁਸ਼ੀਲ ਗਰਚਾ, ਦੈਨਿਕ ਸਵੇਰਾ, ਚੰਡੀਗੜ੍ਹ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। पंडित राधे शर्मा, चमत्कार हुंदे वेखो अपनी अखां दे सामने। 24 घंटे विच पाओ हर परेशानी दा हल। मुसलमानी, रूहानी ते काले इलम दे बादशाह, मेरे कीते नूं मेरे तो इलावा कोई कट नहीं सकदा। मोड़ी वशीकरण करवाओ, मनचाह प्यार पाओ, लव मैरिज, सौतन दुश्मन तो छुटकारा, तलाक केस, जमीनी झगड़ा, नौकरी, कारोबार च रुकावट, विदेश यात्रा, लॉटरी तो धन मिलेगा जां नहीं, सच्चाई जानो। लॉटरी नंबर पाओ 649 होवे जां लोटो मैक्स, तुहाडी हर गल 100% गुप्त रखी जावेगी। प्यार विच धोखा खाए प्रेमी प्रेमिका एक बार जरूर मिलो, मैं तुहाडा प्यार टुटन नहीं देवांगा। मोबाइल 98 768 045 80 85 588 38 617। ਵਿਸਾਖੀ ਦੇ ਪਾਵਨ ਪਵਿੱਤਰ ਦਿਹਾੜੇ ਤੇ ਸਾਰੇ ਪੰਜਾਬ ਵਾਸੀਆਂ ਨੂੰ, ਖਾਸ ਕਰ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਖਾਲਸਾ ਜੀ ਦੇ ਸਾਜਦ ਦਿਵਸ ਦੇ ਉੱਤੇ ਲੱਖ ਲੱਖ ਵਧਾਈ। ਔਰ ਲੋਕਾਂ ਨੂੰ ਮੈਂ ਇਸ ਪਾਵਨ ਪਵਿੱਤਰ ਤਿਉਹਾਰ ਤੇ ਜੋ ਸਾਡੀ ਸਰਕਾਰ ਦੇ ਕੈਪਟਨ ਅਮਰਿੰਦਰ ਸਿੰਘ ਜੀ ਦਾ ਸੰਦੇਸ਼ ਹੈ ਵੀ ਕੋਵਿਡ ਨੂੰ ਭਜਾਉਣਾ ਹੈ, मैं हथ जोड़ के बेनती करता कोविड का टीका जरूर लगाओ तो इस बीमारी को भजाओ। ਉਹਦੇ ਨਾਲ ਇਹਦੇ 'ਚ कोई दो राय नहीं, जिथे कारपोरेशन की ड्यूटी है लुधियाना शहर में साफ सुथरा रखन, ਉਹਦੇ 'ਚ ਤੁਹਾਡੇ चो यही सहयोग मारते। सड़कों से कुछ भी ना प्लास्टिक ना कागज, कोई गंदगी ना सिटो, जिथे भी होए अपने डस्टबिन से पाओ। अज के दिन तुहानूं यही अपील करदा।
ਤੇ ਗੁਰੂ ਮਹਾਰਾਜ ਦੇ ਉਸ ਭਗਵਾਨ ਦੇ ਚਰਨਾਂ ਸਿਰ ਝੁਕਾਉਂਦਾ ਹੋਇਆ ਇਹੀ ਅਰਜ਼ੋਈ ਇਹੀ ਬੇਨਤੀ ਕਰਦਾ, ਲੋਕਾਂ ਤੇ ਮੇਰਾ ਪਿਆਰਾ ਹੱਥ ਰੱਖਣਾ, ਮੈਨੂੰ ਤੇ ਮੇਰੇ ਸਾਥੀ ਕੌਂਸਲ ਚਾਹੇ ਕਿਸੇ ਵੀ ਪਾਰਟੀ ਦੇ ਨੇ ਇੰਨੀ ਕੁ ਤਾਕਤ ਦੇਣਾ, ਅਸੀਂ ਆਪਣੇ ਸ਼ਹਿਰ ਦੀ ਵੱਧ ਤੋਂ ਵੱਧ ਸੇਵਾ ਕਰ ਸਕੀਏ।